ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੱਲ ਕਰਨ ਲੱਗੇ ਹਾਂ ਗੁਰਦੁਆਰਾ ਗੁਰੂ ਕਾ ਬਾਗ ਦੀ। ਇਸ ਪਾਵਨ ਅਸਥਾਨ ਦਾ ਇਤਿਹਾਸ ਕੀ ਹੈ ਅਤੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਜੋ ਅਕਾਲੀ ਸਿੰਘਾਂ ਦੇ ਵੱਲੋਂ ਮੋਰਚਾ ਲਾਇਆ ਗਿਆ ਉਸ ਦਾ ਇਤਿਹਾਸ ਕੀ ਹੈ। ਗੁਰਦੁਆਰਾ ਗੁਰੂ ਕਾ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉੱਤਰ ਵਾਲੇ ਪਾਸੇ ਅਜਨਾਲੇ ਦੇ ਕੋਲ ਪਿੰਡ ਘੁੱਕੇਵਾਲੀ ਵਿੱਚ ਬਣਿਆ ਹੋਇਆ ਪਾਵਨ ਗੁਰ ਅਸਥਾਨ ਹੈ, ਜਿੱਥੇ ਸਭ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਮੁਬਾਰਕ ਚਰਨ ਪਾਏ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਸਿੱਖ ਭਾਈ ਕਲਿਆਣਾ ਜੀ ਨੂੰ ਇਮਾਰਤੀ ਲੱਕੜ ਲੈਣ ਵਾਸਤੇ ਮੰਡੀ ਸ਼ਹਿਰ ਜੋ ਪਹਾੜਾਂ ਦੇ ਵਿੱਚ ਹੈ ਉੱਥੇ ਭੇਜਿਆ ਸੀ। ਭਾਈ ਕਲਿਆਣਾ ਜੀ ਦੇ ਨਾਲ ਮੰਡੀ ਦਾ ਰਾਜਾ ਹਰੀ ਸੈਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਇਆ ਸੀ। ਜਦੋਂ ਰਾਜਾ ਸ੍ਰੀ ਅੰਮ੍ਰਿਤਸਰ ਵਿਖੇ ਆਇਆ, ਉਸ ਵਕਤ ਰਬਾਬੀ ਸਿੱਖ ਕੀਰਤਨ ਕਰ ਰਹੇ ਸੀ ਔਰ ਗੁਰਬਾਣੀ ਦੀ ਪੰਕਤੀ ਉਸ ਵੇਲੇ ਆਈ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਇਸ ਪੰਕਤੀ ਨੂੰ ਸੁਣਦਿਆਂ ਹੀ ਰਾਜੇ ਦੇ ਮਨ ਵਿੱਚ ਇਹ ਸ਼ੰਕਾ ਪੈਦਾ ਹੋਈ ਕਿ ਜੇ ਲਿਖੇ ਹੋਏ ਲੇਖ ਮਿਟਣੇ ਹੀ ਨਹੀਂ ਹਨ ਤਾਂ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਕੀ ਫਾਇਦਾ। ਗੁਰੂ ਅਰਜਨ ਦੇਵ ਜੀ ਨੇ ਰਾਜੇ ਦੇ ਇਸ ਸ਼ੰਕਾ ਨੂੰ ਨਿਵਰਤ ਕਰਨਾ ਸੀ। ਸੋ ਰਾਤ ਦੇ ਸਮੇਂ ਜਦੋਂ ਰਾਜਾ ਸੌਂ ਗਿਆ, ਸੁਪਨੇ ਵਿੱਚ ਉਸਨੇ ਦੇਖਿਆ ਕਿ ਉਸ ਦਾ ਜਨਮ ਚੰਡਾਲਾਂ ਦੇ ਘਰ ਵਿੱਚ ਹੋ ਗਿਆ ਹੈ ਅਤੇ ਚੰਡਾਲਾਂ ਦੇ ਘਰ ਵਿੱਚ ਹੀ ਉਸ ਦੀ ਸਾਰੀ ਉਮਰ ਬੀਤੀ ਅਤੇ ਉਸ ਦੀ ਮੌਤ ਹੋ ਗਈ। ਅਗਲੀ ਸਵੇਰ ਜਦੋਂ ਰਾਜਾ ਜਾਗਿਆ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਉਸ ਨੂੰ ਆਪਣੇ ਨਾਲ ਲੈ ਕੇ ਪਿੰਡ ਘੁੱਕੇਵਾਲੀ ਦੇ ਬਾਹਰ ਜਾ ਕੇ ਰੁਕੇ। ਇੱਥੇ ਹੀ ਰਾਜੇ ਨੂੰ ਉਹ ਸਾਰੇ ਲੋਕ ਦਿਖਾਈ ਦਿੱਤੇ ਜੋ ਉਸ ਨੂੰ ਰਾਤ ਨੂੰ ਸੁਪਨੇ ਵਿੱਚ ਉਸ ਦੇ ਪਰਿਵਾਰ ਦੇ ਰੂਪ ਵਿੱਚ ਦਿਸੇ ਸਨ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਮਝਾਇਆ ਕਿ ਰਾਜਾ, ਗੁਰੂ ਦੇ ਪਾਸ ਕਰਮ ਅਤੇ ਮਿਹਰ ਦੋਵੇਂ ਇਕੱਠੇ ਵਰਤਦੇ ਹਨ। ਭਾਵ ਗੁਰੂ ਤੁਹਾਨੂੰ ਤੁਹਾਡੇ ਕੀਤੇ ਕਰਮ ਵੀ ਭੁਗਤਾ ਦਿੰਦਾ ਹੈ ਪਰ ਨਾਲ ਆਪਣੀ ਮਿਹਰ ਵੀ ਕਰ ਦਿੰਦਾ ਹੈ। ਕਰਮਾਂ ਨੂੰ ਛੋਟੇ ਰੂਪ ਦੇ ਵਿੱਚ, ਸੂਖਮ ਰੂਪ ਦੇ ਵਿੱਚ ਭੁਗਤਾ ਦਿੰਦਾ ਹੈ। ਸੋ ਤੇਰਾ ਜਿਹੜਾ ਜਨਮ ਚੰਡਾਲਾਂ ਦੇ ਘਰ ਵਿੱਚ ਹੋਣਾ ਸੀ, ਉਸ ਨੂੰ ਸੂਖਮ ਰੂਪ ਦੇ ਵਿੱਚ ਸੁਪਨੇ ਦੇ ਰਾਹੀਂ ਭੁਗਤਾ ਦਿੱਤਾ ਹੈ। ਇਸ ਤਰ੍ਹਾਂ ਰਾਜਾ ਹਰੀ ਸੈਨ ਗੁਰੂ ਅਰਜਨ ਦੇਵ ਜੀ ਦਾ ਸ਼ਰਧਾਲੂ ਬਣ ਗਿਆ। ਜਿਸ ਅਸਥਾਨ ਦੇ ਉੱਤੇ ਬਹਿ ਕੇ ਗੁਰੂ ਅਰਜਨ ਦੇਵ ਜੀ ਨੇ ਰਾਜੇ ਨੂੰ ਇਹ ਉਪਦੇਸ਼ ਦਿੱਤਾ ਸੀ, ਉਸ ਅਸਥਾਨ ਨੂੰ ਗੁਰੂ ਕੀ ਰੋੜ ਕਿਹਾ ਜਾਣ ਲੱਗਿਆ, ਕਿਉਂਕਿ ਉਸ ਸਮੇਂ ਇਹ ਧਰਤੀ ਬੰਜਰ ਸੀ। ਇਸ ਤੋਂ ਬਾਅਦ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਉਹਨਾਂ ਨੂੰ ਗੁਰਿਆਈ ਪ੍ਰਾਪਤ ਹੋਈ ਤਾਂ ਉਹ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਕਰਨ ਵਾਸਤੇ ਆਏ ਸਨ। ਅਸੀਂ ਜਾਣਦੇ ਹਾਂ ਕਿ ਗੁਰੂ ਸਾਹਿਬ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰਨ ਦਿੱਤੇ ਗਏ ਸੀ। ਮਹਾਰਾਜ ਉੱਥੋਂ ਵਾਪਸ ਚੱਲੇ। ਵੱਲੇ ਪਿੰਡ ਹੋਣ ਤੋਂ ਬਾਅਦ ਗੁਰੂ ਕੀ ਰੋੜ ਵਿਖੇ ਆ ਕੇ ਰੁਕੇ ਸਨ। ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਹੁਤ ਸੁੰਦਰ ਬਾਗ ਲਵਾਇਆ ਅਤੇ ਇਸ ਧਰਤੀ ਨੂੰ ਵਰ ਬਖਸ਼ਿਆ। ਉਸ ਤੋਂ ਬਾਅਦ ਇਸ ਧਰਤੀ ਦਾ ਨਾਮ ਗੁਰੂ ਕੀ ਬਾਗ ਰੱਖਿਆ ਗਿਆ। ਇਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਅਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੋ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਗੁਰਦੁਆਰਾ ਗੁਰੂ ਕੀ ਬਾਗ। ਹੁਣ ਆਪਾਂ ਗੱਲ ਕਰਾਂਗੇ ਕਿ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਸਿੱਖਾਂ ਨੂੰ ਮੋਰਚਾ ਕਿਉਂ ਲਾਉਣਾ ਪਿਆ। ਜਦੋਂ 18ਵੀਂ ਸਦੀ ਦੇ ਵਿੱਚ ਸਿੰਘ ਜੰਗਲਾਂ ਦੇ ਵਿੱਚ ਰਹਿੰਦੇ ਸਨ ਤਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਮਹੰਤਾਂ ਦੇ ਕੋਲੇ ਸੀ। ਇਹਨਾਂ ਵਿੱਚੋਂ ਬਹੁਤ ਸਾਰੇ ਉਦਾਸੀ ਮਹੰਤ ਹੁੰਦੇ ਸੀ ਜਾਂ ਨਿਰਮਲੇ ਸੰਤ ਹੁੰਦੇ ਸਨ। ਕਾਫੀ ਸਮਾਂ ਇਹਨਾਂ ਮਹੰਤਾਂ ਨੇ ਗੁਰੂ ਘਰਾਂ ਦੀ ਬਹੁਤ ਚੰਗੀ ਸੇਵਾ ਸੰਭਾਲ ਕੀਤੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਤੇ ਗੁਰਦੁਆਰਿਆਂ ਦੇ ਨਾਮ 'ਤੇ ਬਹੁਤ ਸਾਰੀ ਜ਼ਮੀਨ ਵੀ ਲਗਾਈ ਗਈ। ਗੁਰਦੁਆਰਾ ਗੁਰੂ ਕਾ ਬਾਗ ਦੇ ਨਾਮ 'ਤੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 100 ਕੁਮਾ ਜ਼ਮੀਨ ਲਗਾ ਦਿੱਤੀ ਗਈ ਸੀ। ਉਸ ਸਮੇਂ ਗੁਰੂ ਕਾ ਬਾਗ ਦੀ ਸੇਵਾ ਮਹੰਤ ਬਿਸ਼ਨ ਦਾਸ ਕੋਲੇ ਸੀ। ਮਹੰਤ ਬਿਸ਼ਨ ਦਾਸ ਦਾ ਚੇਲਾ ਮਹੰਤ ਸੁੰਦਰ ਦਾਸ ਸੀ। ਸੁੰਦਰ ਦਾਸ ਦਾ ਜਨਮ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਸੀ।
ਸੁੰਦਰਦਾਸ ਪਹਿਲਾਂ ਭਲਵਾਨੀ ਵੀ ਕਰਦਾ ਰਿਹਾ, ਪਹਿਲਵਾਨੀ ਕਰਦਾ ਰਿਹਾ। ਮਹੰਤ ਬਿਸ਼ਨ ਦਾਸ ਕੋਲੇ ਆ ਕੇ ਇਸ ਨੇ ਗੁਰਬਾਣੀ ਪੜ੍ਹਨੀ ਸਿੱਖੀ ਅਤੇ ਗੁਰਦੁਆਰਾ ਗੁਰੂ ਕਾ ਬਾਗ ਮਹੰਤ ਸੁੰਦਰਦਾਸ ਦੇ ਅਧੀਨ ਹੋ ਗਿਆ। ਸੁੰਦਰਦਾਸ ਨੇ ਗੁਰਦੁਆਰਾ ਗੁਰੂ ਕਾ ਬਾਗ ਨੂੰ ਆਪਣੀ ਨਿੱਜੀ ਸੰਪत्ति ਬਣਾ ਲਿਆ, ਨਿੱਜੀ ਜਾਇਦਾਦ ਵਾਂਗੂ ਵਰਤਣ ਲੱਗ ਪਿਆ। ਜਿਵੇਂ ਬਾਕੀ ਸਥਾਨਾਂ ਦੇ ਉੱਤੇ, ਜਿਵੇਂ ਕਿ ਸ੍ਰੀ ਤਰਨਤਾਰਨ ਸਾਹਿਬ, ਨਨਕਾਣਾ ਸਾਹਿਬ, ਇਹਨਾਂ ਥਾਵਾਂ ਦੇ ਉੱਤੇ ਮਹੰਤ ਕਾਬਜ ਹੋ ਕੇ ਬਹੁਤ ਸਾਰੇ ਕੁਕਰਮ ਕਰਨ ਲੱਗ ਪਏ ਸੀ। ਇੱਦਾਂ ਹੀ ਮਹੰਤ ਸੁੰਦਰਦਾਸ ਵੀ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਸਾਰੇ ਤਰ੍ਹਾਂ ਦੇ ਕੁਕਰਮ ਕਰਨ ਲੱਗ ਪਿਆ ਸੀ। ਸ਼ਰਾਬ ਪੀਣੀ, ਕਈ ਤਰ੍ਹਾਂ ਦੀਆਂ ਔਰਤਾਂ ਆਪਣੇ ਪਾਸ ਰੱਖਣੀਆਂ ਅਤੇ ਹੋਰ ਕਿੰਨੀ ਤਰ੍ਹਾਂ ਦੇ ਕੁਕਰਮ ਉੱਥੇ ਕਰਦਾ ਸੀ। ਇਹਨਾਂ ਮਹੰਤਾਂ ਦੇ ਕੋਲੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਵਾਸਤੇ ਗੁਰਦੁਆਰਾ ਸੁਧਾਰ ਲਹਿਰ ਚੱਲੀ, ਸਿੰਘ ਸਭਾ ਲਹਿਰ ਨੇ ਆਪਣਾ ਯੋਗਦਾਨ ਪਾਇਆ ਅਤੇ ਅਕਾਲੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਜਦੋਂ ਬਾਕੀ ਦੇ ਗੁਰਦੁਆਰੇ ਸਿੰਘਾਂ ਨੇ ਆਜ਼ਾਦ ਕਰਵਾਏ ਅਤੇ ਪਤਾ ਲੱਗਿਆ ਕਿ ਗੁਰੂ ਕਾ ਬਾਗ ਵਿਖੇ ਵੀ ਮਹੰਤ ਸੁੰਦਰਦਾਸ ਦੂਜੇ ਮਹੰਤਾਂ ਦੀ ਤਰ੍ਹਾਂ ਹੀ ਕੁਕਰਮ ਕਰਦਾ ਹੈ, ਤਾਂ ਸਭ ਤੋਂ ਪਹਿਲਾਂ ਭਾਈ ਕਰਤਾਰ ਸਿੰਘ ਚੱਬਰ ਅਤੇ ਸਰਦਾਰ ਦਾਨ ਸਿੰਘ ਆਪਣੇ ਨਾਲ ਹੋਰ ਸਿੱਖਾਂ ਨੂੰ ਲੈ ਕੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਗਏ। ਜਦੋਂ ਉਹਨਾਂ ਨੇ ਜਾ ਕੇ ਮਹੰਤ ਸੁੰਦਰਦਾਸ ਨਾਲ ਗੱਲ ਕੀਤੀ ਤਾਂ ਸੁੰਦਰਦਾਸ ਇਸ ਗੱਲ ਵਾਸਤੇ ਰਾਜ਼ੀ ਹੋ ਗਿਆ ਕਿ ਉਹ ਅੰਮ੍ਰਿਤ ਛਕੇਗਾ, ਇੱਕ ਬੀਬੀ ਨਾਲ ਆਨੰਦ ਕਾਰਜ ਕਰਵਾਏਗਾ ਅਤੇ ਗੁਰਮਤਿ ਰਹਿਤ ਮਰਯਾਦਾ ਦਾ ਧਾਰਨੀ ਹੋਵੇਗਾ। ਮਹੰਤ ਸੁੰਦਰਦਾਸ ਨੇ ਅੰਮ੍ਰਿਤ ਵੀ ਛਕਿਆ ਅਤੇ ਇਸ ਦਾ ਨਾਮ ਬਦਲ ਕੇ ਜੋਗਿੰਦਰ ਸਿੰਘ ਰੱਖ ਦਿੱਤਾ ਗਿਆ। ਇੱਕ ਬੀਬੀ ਨਾਲ ਇਸ ਦਾ ਆਨੰਦ ਕਾਰਜ ਵੀ ਹੋ ਗਿਆ। ਕੁਝ ਸਮਾਂ ਸਹੀ ਰਹਿਣ ਤੋਂ ਬਾਅਦ ਫਿਰ ਤੋਂ ਮਹੰਤ ਨੇ ਪਹਿਲਾਂ ਵਾਲੇ ਕੁਕਰਮ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਦੁਬਾਰਾ ਤੋਂ ਇਸ ਦੀ ਸ਼ਿਕਾਇਤ ਸਿੱਖਾਂ ਕੋਲੇ ਪਹੁੰਚੀ ਤਾਂ ਸਿੱਖਾਂ ਨੇ ਗੁਰਦੁਆਰਾ ਗੁਰੂ ਕਾ ਬਾਗ ਦੀ ਸੇਵਾ ਆਪਣੇ ਹੱਥਾਂ ਵਿੱਚ ਲੈ ਲਈ। ਇੱਕ ਜਥਾ ਗੁਰੂ ਕਾ ਬਾਗ ਵਿਖੇ ਜਾ ਕੇ ਸਾਰੀ ਸੇਵਾ ਸੰਭਾਲ ਕਰਨ ਲੱਗ ਪਿਆ, ਜਿਸ ਕਰਕੇ ਮਹੰਤ ਸੁੰਦਰਦਾਸ ਸਿੱਖਾਂ ਦੇ ਨਾਲ ਬਹੁਤ ਜ਼ਿਆਦਾ ਔਖਾ ਪਾਰਾ ਹੋਣ ਲੱਗ ਪਿਆ। ਸੁੰਦਰਦਾਸ ਨੇ ਸਿੱਖਾਂ ਦੇ ਵਿਰੁੱਧ ਥਾਣੇ ਦੇ ਵਿੱਚ ਇਹ ਕਹਿ ਕੇ ਰਿਪੋਰਟ ਲਿਖਾ ਦਿੱਤੀ ਕਿ ਇਹ ਮੇਰੀ ਜ਼ਮੀਨ ਦੇ ਵਿੱਚੋਂ ਲੱਕੜਾਂ ਵੱਢਦੇ ਹਨ। ਅਸਲ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਸਿੱਖ ਗੁਰੂ ਸਾਹਿਬ ਦੀ ਜ਼ਮੀਨ ਵਿੱਚੋਂ ਹੀ ਲੱਕੜਾਂ ਵੱਢਦੇ ਸਨ, ਪਰ ਇਸ ਨੇ ਰਿਪੋਰਟ ਦੇ ਵਿੱਚ ਸਿੰਘਾਂ ਦੇ ਉੱਪਰ ਚੋਰੀ ਦਾ ਇਲਜ਼ਾਮ ਲਗਵਾ ਕੇ 5 ਸਿੰਘਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਅੰਗਰੇਜ਼ ਸਰਕਾਰ ਅਕਾਲੀਆਂ ਦੇ ਉੱਤੇ ਪਹਿਲਾਂ ਹੀ ਬਹੁਤ ਔਖੀ ਸੀ, ਸੋ ਅਕਾਲੀਆਂ ਨੂੰ ਗ੍ਰਿਫਤਾਰ ਕਰਨ ਦਾ ਮੌਕਾ ਪ੍ਰਾਪਤ ਹੋ ਗਿਆ। ਅਕਾਲੀਆਂ ਨੇ ਵੀ ਗ੍ਰਿਫਤਾਰੀਆਂ ਦੇਣ ਦਾ ਸਿਲਸਿਲਾ ਜਾਰੀ ਕਰ ਦਿੱਤਾ। ਅਕਾਲੀਆਂ ਦੇ ਜਥੇ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੁੰਦੇ ਸਨ ਗੁਰੂ ਕਾ ਬਾਗ ਵਾਸਤੇ। ਰਾਹ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ। ਸਿਰਫ ਗ੍ਰਿਫਤਾਰ ਹੀ ਨਹੀਂ ਸੀ ਕੀਤਾ ਜਾਂਦਾ, ਤਸ਼ੱਦਦ ਵੀ ਕੀਤਾ ਜਾਂਦਾ ਸੀ। ਉੱਪਰ ਲਾਠੀ ਚਾਰਜ ਕੀਤਾ ਜਾਂਦਾ, ਸੁੰਮਾਂ ਵਾਲੀਆਂ ਡਾਂਗਾਂ ਦੇ ਨਾਲ ਸੱਟਾਂ ਮਾਰੀਆਂ ਜਾਂਦੀਆਂ। ਪਰ ਸਿੱਖਾਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਗ੍ਰਿਫਤਾਰੀਆਂ ਵੀ ਦਿੱਤੀਆਂ, ਤਸ਼ੱਦਦ ਵੀ ਸਹੇ। ਇਸ ਮੋਰਚੇ ਦੇ ਵਿੱਚ ਫਿਰੋਜ਼ਪੁਰ ਦਾ ਨਿਧੜਕ ਅਕਾਲੀ ਜਥਾ ਅਤੇ ਸ੍ਰੀ ਤਰਨਤਾਰਨ ਸਾਹਿਬ ਦਾ ਗੜਗੱਜ ਅਕਾਲੀ ਜਥਾ, ਨਿਰਮਲੇ ਸੰਤਾਂ ਦਾ ਜਥਾ ਅਤੇ ਹੋਰ ਪੂਰੇ ਪੰਜਾਬ ਦੇ ਵਿੱਚੋਂ ਦੂਰੋਂ ਦੂਰੋਂ ਸਿੱਖਾਂ ਨੇ ਆ ਕੇ ਗ੍ਰਿਫਤਾਰੀਆਂ ਦੇਣੀਆਂ ਸ਼ੁਰੂ ਕੀਤੀਆਂ। ਡਾਕਟਰ ਗੁਰਦੇਵ ਸਿੰਘ ਸਿੱਧੂ ਨੇ ਰੋਜ਼ਨਾਮਚਾ ਗੁਰੂ ਕਾ ਬਾਗ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਹੈ ਕਿ 5500 ਤੋਂ ਵੱਧ ਸਿੱਖਾਂ ਦੀਆਂ ਗ੍ਰਿਫਤਾਰੀਆਂ ਇਸ ਮੋਰਚੇ ਦੇ ਵਿੱਚ ਹੋਈਆਂ। 9 ਅਕਾਲੀ ਸਿੱਖ ਸ਼ਹੀਦ ਹੋਏ। 37 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਕਰਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਸੈਂਕੜਿਆਂ ਤੋਂ ਵੱਧ ਸਾਬਕਾ ਫੌਜੀਆਂ ਨੇ ਗ੍ਰਿਫਤਾਰੀਆਂ ਦਿੱਤੀਆਂ। ਸਰਕਾਰ ਨੇ ਸਾਬਕਾ ਫੌਜੀਆਂ ਦੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ। 6-6 ਮਹੀਨਿਆਂ ਦੀ ਉਹਨਾਂ ਨੂੰ ਕੈਦ ਵੀ ਕੀਤੀ ਗਈ। ਮਦਨ ਮੋਹਨ ਮਾਲਵੀਆ ਖੁਦ ਆਪ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖਾਂ ਦੀਆਂ ਇਹਨਾਂ ਗ੍ਰਿਫਤਾਰੀਆਂ ਨੂੰ ਵੇਖ ਕੇ ਗਿਆ ਅਤੇ ਉਸਨੇ ਸ਼ਲਾਘਾ ਵੀ ਕੀਤੀ। ਇਸ ਮੋਰਚੇ ਦੇ ਦੌਰਾਨ ਹੀ 30 ਅਕਤੂਬਰ ਨੂੰ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਗੁਰੂ ਕਾ ਬਾਗ ਤੋਂ
ਰੇਲ ਦੇ ਰਾਹੀਂ ਜਦੋਂ ਅਟਕ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਪੰਜਾ ਸਾਹਿਬ ਦੇ ਸਿੱਖਾਂ ਨੇ ਸੋਚਿਆ ਕਿ ਗ੍ਰਿਫਤਾਰ ਹੋਣ ਵਾਲੇ ਸਿੱਖਾਂ ਲਈ ਲੰਗਰ ਲਾਇਆ ਜਾਵੇ। ਪਰ ਜਦੋਂ ਸਟੇਸ਼ਨ ਮਾਸਟਰ ਨੇ ਗੱਡੀ ਉੱਥੇ ਰੁਕਣ ਦੀ ਇਜਾਜ਼ਤ ਨਾ ਦਿੱਤੀ ਤਾਂ ਸਿੱਖਾਂ ਨੇ ਰੇਲ ਦੇ ਪਟੜੀ ਦੇ ਉੱਪਰ ਪੈ ਕੇ ਕੁਰਬਾਨੀਆਂ ਦਿੱਤੀਆਂ, ਜਿਸ ਨੂੰ ਸਾਕਾ ਪੰਜਾ ਸਾਹਿਬ ਦੇ ਵਜੋਂ ਯਾਦ ਕੀਤਾ ਜਾਂਦਾ ਹੈ। ਸੋ ਇਸ ਸਾਕਾ ਪੰਜਾ ਸਾਹਿਬ ਦਾ ਸੰਬੰਧ ਵੀ ਮੋਰਚਾ ਗੁਰੂ ਕਾ ਬਾਗ ਦੇ ਨਾਲ ਹੀ ਸੀ। ਇਹ ਮੋਰਚਾ ਲਗਾਤਾਰ ਚੱਲਦਾ ਰਿਹਾ, ਗ੍ਰਿਫਤਾਰੀਆਂ ਬਹੁਤ ਜ਼ਿਆਦਾ ਹੋ ਗਈਆਂ। ਅਖੀਰ ਨੂੰ ਸਰਕਾਰ ਨੂੰ ਸਿੱਖਾਂ ਦੇ ਸਾਹਮਣੇ ਝੁਕਣਾ ਪਿਆ। ਭਾਵੇਂ ਕਿ ਸਰਕਾਰ ਮਹੰਤ ਸੁੰਦਰ ਦਾਸ ਦਾ ਸਾਥ ਦਿੰਦੀ ਸੀ, ਪਰ ਸਿੱਖਾਂ ਦੇ ਸਾਹਮਣੇ ਸਰਕਾਰ ਦੀ ਕੋਈ ਪੇਸ਼ ਨਾ ਜਾ ਸਕੀ। ਇਸ ਮੋਰਚੇ ਨੂੰ ਸਿੱਖਾਂ ਨੇ ਆਪਣੇ ਸਬਰ ਅਤੇ ਸਿਦਕ ਦੇ ਨਾਲ ਜਿੱਤਿਆ। ਸਾਡੇ ਇਤਿਹਾਸ ਦੇ ਵਿੱਚ ਦੋ ਤਰ੍ਹਾਂ ਦੀਆਂ ਜਿੱਤਾਂ ਮਿਲਦੀਆਂ ਹਨ। ਜਾਂ ਤਾਂ ਸਿੱਖਾਂ ਨੇ ਸ਼ਸਤਰਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ, ਜਾਂ ਸਬਰ ਅਤੇ ਸਿਦਕ ਦੇ ਨਾਲ। ਇਹ ਜਿੱਤ ਸਬਰ ਅਤੇ ਸਿਦਕ ਦੇ ਨਾਲ ਪ੍ਰਾਪਤ ਕੀਤੀ ਗਈ। 17 ਨਵੰਬਰ ਨੂੰ ਸਰਕਾਰ ਨੇ ਇਸ ਮੋਰਚੇ ਨੂੰ ਖਤਮ ਕੀਤਾ। ਸਰ ਗੰਗਾ ਰਾਮ ਨੂੰ ਗੁਰਦੁਆਰਾ ਸਾਹਿਬ ਦੀ ਜ਼ਮੀਨ ਠੇਕੇ 'ਤੇ ਦੇ ਦਿੱਤੀ ਗਈ ਅਤੇ ਗੰਗਾ ਰਾਮ ਨੇ ਇਹ ਕਹਿ ਦਿੱਤਾ ਕਿ ਹੁਣ ਮੈਨੂੰ ਪੁਲਿਸ ਦੀ ਜ਼ਰੂਰਤ ਨਹੀਂ ਹੈ। ਇਸ ਪ੍ਰਕਾਰ ਇਹ ਮੋਰਚਾ ਸਮਾਪਤ ਹੋਇਆ ਅਤੇ ਗੁਰਦੁਆਰਾ ਗੁਰੂ ਕਾ ਬਾਗ ਸਦਾ ਵਾਸਤੇ ਮਹੰਤ ਸੁੰਦਰ ਦਾਸ ਤੋਂ ਆਜ਼ਾਦ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।